ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਸੋ ਸਾਰੀ ਸੰਗਤ ਨੂੰ ਇਸ ਸ਼ੁਭ ਦਿਨ ਦੀ ਲੱਖ 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 ਵਧਾਈ ਹੋਵੇ ਜੀ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਥਮ ਪ੍ਰਕਾਸ਼ ਦਿਵਸ ਆਇਆ ਸੀ। ਉਸ ਦੇ ਵਿੱਚ ਮੈਂ ਇੱਕ ਵਿਚਾਰ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 3 ਗੁਰਪੁਰਬ ਨੇ। ਪ੍ਰਥਮ ਪ੍ਰਕਾਸ਼ ਪੋਥੀ ਸਾਹਿਬ ਦਾ, ਆਦਿ ਬੀੜ ਦਾ, ਜੋ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸਨ 1604 ਵਿੱਚ। ਉਸ ਤੋਂ ਬਾਅਦ ਇਹ ਸੰਪੂਰਨਤਾ ਦਿਵਸ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਔਰ ਇਹ ਕੀਤਾ 1706 ਵਿੱਚ। ਸੋ ਤਕਰੀਬਨ 102 ਸਾਲ ਦਾ ਇਹਦੇ 'ਚ ਫਰਕ ਹੈ। ਇਸ ਤੋਂ ਬਾਅਦ ਅੱਗੇ ਇੱਕ ਗੁਰਪੁਰਬ ਹੋਰ ਆਏਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਦੇ ਸਥਾਨ 'ਤੇ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਬਖਸ਼ਿਆ ਔਰ ਹਮੇਸ਼ਾ ਵਾਸਤੇ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ ਗੱਲ, ਇਹ ਵਿਚਾਰ ਅੱਗੇ ਸਾਂਝੀ ਹੋ ਚੁੱਕੀ। ਇਹ ਸੰਪੂਰਨਤਾ ਦਿਵਸ ਹੈ ਔਰ ਇਹ ਦੋਨਾਂ ਗੁਰਪੁਰਬਾਂ ਦੇ ਵਿਚਕਾਰ ਤਕਰੀਬਨ 102 ਸਾਲ ਦਾ ਜਿਹੜਾ ਫਰਕ ਹੈ, ਉਹ ਸਮਾਂ ਐਸਾ ਸੀ ਕਿ ਉਸ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ, ਬਹੁਤ ਅਜੀਬੋ ਗਰੀਬ ਕਈ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। ਸਭ ਤੋਂ ਪਹਿਲੀ ਗੱਲ ਕਿ ਉਸ ਦੇ ਵਿੱਚ 5 ਗੁਰੂ ਸਾਹਿਬਾਨ ਤੱਕ ਦੀ ਬਾਣੀ ਸੀ ਜੋ ਆਦਿ ਬੀੜ ਸੀ। ਉਸ ਤੋਂ ਬਾਅਦ 6ਵੀਂ ਪਾਤਸ਼ਾਹੀ, 7ਵੀਂ ਪਾਤਸ਼ਾਹੀ ਅਤੇ 8ਵੀਂ ਪਾਤਸ਼ਾਹੀ ਨੇ ਕੋਈ ਬਾਣੀ ਨਹੀਂ ਉਚਾਰੀ, ਕਿਉਂਕਿ 6ਵੀਂ ਪਾਤਸ਼ਾਹੀ ਨੇ ਭਗਤੀ ਔਰ ਸ਼ਕਤੀ ਦਾ ਸੁਮੇਲ ਕਰਕੇ ਇੱਕ ਨਵਾਂ ਮੋੜ ਦੇ ਦਿੱਤਾ। ਔਰ ਉਸ ਤੋਂ ਬਾਅਦ ਬਹੁਤ ਸਾਰਾ ਸਮਾਂ ਜਿਹੜਾ ਸੀ ਉਹ ਧਿਆਨ ਕਿੱਥੇ ਚਲਾ ਗਿਆ, ਜੰਗਾਂ ਜੁੱਦਾਂ ਵੱਲ, ਸ਼ਸਤਰਾਂ ਵੱਲ, ਉਸ ਪਾਸੇ ਧਿਆਨ ਹੋ ਗਿਆ। ਔਰ ਬੜੀਆਂ ਕਈ ਹੋਰ ਬੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਉਹ ਸਾਰੀ ਇਸ ਸਮੇਂ ਦੇ ਵਿਚਕਾਰ ਹੀ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕੀਤਾ ਅਤੇ ਚਮਕੌਰ ਦੀ ਗੜੀ 'ਚ ਪਹੁੰਚੇ। ਚਮਕੌਰ ਦੀ ਗੜੀ ਦੀ ਲੜਾਈ ਵਿੱਚ ਕਿਤਨੇ ਹੀ ਸਿੰਘਾਂ ਦੀਆਂ ਸ਼ਹੀਦੀਆਂ ਹੋ ਗਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋ ਗਈਆਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਉਹਨਾਂ ਨੂੰ ਜਿੰਦੇ ਜੀ ਕੰਧਾਂ ਦੇ ਵਿੱਚ, ਨੀਹਾਂ ਦੇ ਵਿੱਚ ਖੜਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਸਾਰਾ ਸਮਾਂ ਜਿਹੜਾ ਸੀ ਬੜਾ ਹੀ ਘਟਨਾਵਾਂ ਵਾਲਾ ਸਮਾਂ ਸੀ। ਫਿਰ ਮਹਾਰਾਜ ਉੱਥੋਂ ਜਦੋਂ ਮਾਛੀਵਾੜੇ ਤੋਂ ਨਿਕਲੇ ਅਤੇ ਮਾਛੀਵਾੜੇ ਤੋਂ ਨਿਕਲ ਕੇ ਉਹ ਦੀਨਾ ਕਾਂਗੜ ਨਾਮ ਦੀ ਇੱਕ ਜਗ੍ਹਾ 'ਤੇ ਪਹੁੰਚੇ। ਦੀਨਾ ਕਾਂਗੜ 'ਤੇ ਬੈਠ ਕੇ ਉਹਨਾਂ ਨੇ ਇੱਕ ਜ਼ਫਰਨਾਮਾ, ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ, ਉਸ ਦੇ ਕਰਤੂਤਾਂ ਨੂੰ ਉਹਦੇ ਸਾਹਮਣੇ ਲਿਆਂਦਾ ਕਿ ਤੂੰ ਜੋ ਕੁਝ ਕਰ ਰਿਹਾ ਉਹ ਠੀਕ ਨਹੀਂ ਹੈ। ਸੋ ਉਸ ਬਾਣੀ ਦਾ ਨਾਮ ਹੈ ਜ਼ਫਰਨਾਮਾ। ਖੈਰ ਅੱਗੇ ਚੱਲੀਏ। ਉੱਥੋਂ ਦੀਨਾ ਕਾਂਗੜ ਤੋਂ ਅੱਗੇ ਨਿਕਲ ਕੇ ਅਤੇ ਮਹਾਰਾਜ ਪਹੁੰਚੇ ਸਾਬੋ ਕੀ ਤਲਵੰਡੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਸਮਾਂ ਠਹਿਰੇ ਔਰ ਉਸ 'ਤੇ ਠਹਿਰਨ ਦੇ ਨਾਲ ਕਰਕੇ ਹੀ ਉਸ ਗੁਰਦੁਆਰੇ ਦਾ ਨਾਮ ਜਿਹੜਾ ਉਹ ਦਮਦਮਾ ਸਾਹਿਬ ਹੋ ਗਿਆ ਕਿ ਉੱਥੇ ਜਾ ਕੇ ਉਹਨਾਂ ਨੇ ਇਤਨੀਆਂ ਘਟਨਾਵਾਂ ਤੋਂ ਬਾਅਦ ਜਾ ਕੇ ਉੱਥੇ ਕੁਝ ਦੇਰ ਵਾਸਤੇ ਦਮ ਲਿਆ। ਦਮ ਕੀ ਲਿਆ? ਖਾਲਸਾ ਪੰਥ ਖਿੰਡ ਪੁੰਡ ਚੁੱਕਾ ਸੀ, ਬਹੁਤ ਸ਼ਹੀਦੀਆਂ ਹੋ ਚੁੱਕੀਆਂ ਸੀ। ਉੱਥੇ ਬੈਠ ਕੇ ਉਹਨਾਂ ਨੇ ਇੱਕ ਵਾਰੀ ਫਿਰ ਤੋਂ ਖਾਲਸਾ ਪੰਥ ਨੂੰ ਸੰਗਠਿਤ ਕੀਤਾ, ਮੁੜ ਕੇ ਅੰਮ੍ਰਿਤ ਸੰਚਾਰ ਕੀਤਾ, ਸਿੰਘ ਸਜਾਏ, ਫਿਰ ਤੋਂ ਸਿੰਘਾਂ ਦੇ ਅੰਦਰ ਇੱਕ ਨਵੀਂ ਰੂਹ ਜਿਹੜੀ ਉਹ ਫੂਕ ਦਿੱਤੀ। ਔਰ ਉਸ ਤੋਂ ਬਾਅਦ ਫਿਰ ਸਿੰਘਾਂ ਦੀ, ਖਾਲਸਾ ਪੰਥ ਦੀ ਫਿਰ ਚੜ੍ਹਦੀ ਕਲਾ ਜਿਹੜੀ ਹੈ ਉਹ ਹੋ ਗਈ। ਸੋ ਮਹਾਰਾਜ ਜਦੋਂ ਉੱਥੇ ਠਹਿਰੇ ਹੋਏ ਸਨ ਅਤੇ ਉਹਨਾਂ ਨੂੰ ਇੱਕ ਖਿਆਲ ਆਇਆ ਕਿ ਹੁਣ ਆਦਿ ਬੀੜ ਦਾ ਪ੍ਰਕਾਸ਼ ਕਰਨਾ ਚਾਹੀਦਾ ਔਰ ਉਸ ਨੂੰ ਸੰਪੂਰਨ ਕਰਨਾ ਚਾਹੀਦਾ, ਕਿਉਂਕਿ 5 ਪਾਤਸ਼ਾਹੀਆਂ ਤੋਂ ਬਾਅਦ ਬਾਣੀ ਸਿਰਫ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹੈ। ਸੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਉਸ ਦੇ ਵਿੱਚ ਐਡ ਕਰਕੇ ਅਤੇ ਉਸ ਗ੍ਰੰਥ ਨੂੰ ਸੰਪੂਰਨ ਕਰ ਦੇਣਾ ਚਾਹੀਦਾ ਔਰ ਫਿਰ ਉਸ ਦਾ ਪ੍ਰਕਾਸ਼ ਕਰਨਾ ਚਾਹੀਦਾ। ਸੋ ਉਹਨਾਂ ਨੇ ਆਦਿ ਬੀੜ ਮੰਗਵਾਈ। ਉਹਨਾਂ ਨੂੰ ਪਤਾ ਸੀ ਆਦਿ ਬੀੜ ਕਿੱਥੇ ਹੈ। ਆਦਿ ਬੀੜ ਜਿਹੜੀ ਕਿ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲ ਲਿਖਵਾਈ ਸੀ, ਉਹ ਤੀਰਮਲ ਦੇ ਕੋਲ ਸੀ। ਹੁਣ ਇੱਥੇ ਮੈਂ 1 ਮਿੰਟ ਰੁਕ ਕੇ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਤੀਰਮਲ ਕੌਣ ਸੀ ਔਰ ਉਸ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀ ਰਿਸ਼ਤਾ ਸੀ। ਮੈਂ ਸਵਾਲ ਨੂੰ ਫਿਰ ਰਿਪੀਟ ਕਰ ਰਹੀ ਹਾਂ। ਤੀਰਮਲ ਕੌਣ ਸੀ, ਉਸ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀ ਰਿਸ਼ਤਾ ਸੀ। ਖੈਰ ਅੱਗੇ ਚੱਲੀਏ। ਗੱਲ ਅਸੀਂ ਇੱਥੇ ਛੱਡੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦੋਂ ਖਿਆਲ ਆਇਆ ਕਿ ਹੁਣ ਇਸ ਬੀੜ ਦੀ ਸੰਪੂਰਨਤਾ ਕਰਨੀ ਚਾਹੀਦੀ ਹੈ, ਸੋ ਉਹਨਾਂ ਨੇ ਸੇਵਕਾਂ ਨੂੰ ਭੇਜਿਆ ਬਾਬਾ ਤੀਰਮਲ ਦੇ ਕੋਲ ਉਹ ਆਦਿ ਬੀੜ ਲੈਣ ਵਾਸਤੇ। ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਉਹ ਮੈਂ ਨਹੀਂ ਦੇਣੀ, ਉਹ ਮੇਰੇ ਕੋਲ ਹੀ ਰਹੇਗੀ। ਅਤੇ ਤੁਸੀਂ ਜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਸਮਝਦੇ ਨੇ, ਬਹੁਤ ਬਲਵਾਨ ਸਮਝਦੇ ਨੇ, ਅਤੇ ਉਹ ਆ ਕੇ ਮੇਰੇ ਨਾਲ 2 ਹੱਥ ਕਰ ਲੈਣ ਅਤੇ ਮੈਂ ਜੇ ਉਹ ਜਿੱਤ ਜਾਣਗੇ ਅਤੇ ਫਿਰ ਮੈਂ ਇਹ ਬੀੜ ਉਹਨਾਂ ਨੂੰ ਦੇ ਦਿਆਂਗਾ। ਜਦੋਂ ਵਾਪਸ ਇਹ ਮੈਸੇਜ ਮਹਾਰਾਜ ਤੱਕ ਪਹੁੰਚਿਆ ਅਤੇ ਉਹਨਾਂ ਨੇ ਕਿਹਾ ਨਹੀਂ,
इस काम वास्ते खून खराबा करना ठीक नहीं है, तुसीं एक बारी फिर जाओ। सेवक फिर जदों गए तो उहदा जवाब ये दिता कि मैं अगर नहीं उन्होंने मेरे नाल दो हाथ नहीं करने तो फिर यह है कि उन्होंने कोल बड़ी आत्मक शक्ति है, वो गुरु नानक की गद्दी के वारिस ने, तो अपनी याद शक्ति के नाल इस सारी भीड़ नूं, सारी बाणी नूं दोबारा तो उचार लैण, उहदे च की मुश्किल है। सो सेवक बेचारे वापस आ गए तो गुरु गोबिंद सिंह महाराज ने कहा कोई गल नहीं, ठीक है, इस तरह ही होएगा। उन्होंने अकाल पुरख के अगे अरदास करके तो ये काम जिहड़ा सी वो शुरू कर दिता। अपने नाल उन्होंने लिखारी के रूप में बिठाया भाई मनी सिंह जी नूं, जिहड़े कि वो लिखते सन, गुरु महाराज आप बोलते सन, तो एक दिन में जितनी बाणी महाराज उचारते सन, हर दिन शाम नूं उस बाणी की विचार संगत के नाल वो बैठ के करते सन। इस दे नाल की होया कि संगत दे विच गुरबाणी प्रति प्रेम, गुरबाणी प्रति विचार वो जिहड़ा सी बहुत ज़्यादा वध गया। तो इस तरह करते करते उन्होंने नाल हैल्प करने वास्ते बाबा दीप सिंह शहीद जी नूं लगाया, जिहड़े कि कलमा भी कढ़ते सन, बाणी नूं सुणदे भी सन, ते नाल कोई हर तरह की हैल्प भी करते सन। इत्थे मैं एक मिनट वास्ते रुकना चाहांगी कि बाबा दीप सिंह जी नूं असीं एक शहीद के रूप में हमेशा याद करते हैं कि उन्होंने दरबार साहब की, हरबंदर साहब की स्वतंत्रता वास्ते अपनी शहीदी दी, लेकिन साडा ध्यान कभी उन्होंने विधवता वाल नहीं जाता कि वो बहुत बड़े विद्वान भी सन। इत्थे देखो दमदमा साहब की जगह पर बैठ के उन्होंने उस बीड़ के 4 उतारे होर किए। महाराज ने सेवा लगाई कि हुण एक बीड़ तैयार हो गई है जिसके कि 1430 पन्ने सन, इस बीड़ के हुण उतारे तुसीं करो, उतारे मतलब कॉपीज़। सो बाबा दीप सिंह जी ने उस दियां 4 कॉपीज़ जिहड़ियां वो होर बनाईयां, जिहदे विच कि गुरु तेग बहादुर जी की बाणी ऐड हो चुकी सी, जिहड़े कि 57 श्लोक जिहड़े असीं पाठ की समाप्ति वक्त पढ़ते हैं, और 59 शब्द जिहड़े अलग अलग रागां दे विच महाराज ने उचारे ने। सो वो सारे रागां वाइज उहदे च ऐड कर दिते गए, और टोटल वो बीड़ 1430 पन्ने की, 1430 अंग की बन गई। उसनूं दमदमी बीड़ कहा जाता है क्योंकि वो दमदमा साहिब के स्थान पर बैठ के उसनूं संपूर्ण किया गया सी। वो किहड़ी बीड़ है जिस बीड़ के दर्शन असी अज हर जगह पर करते हैं, घर विच, गुरुद्वारे विच, किते भी जिथे भी प्रकाश होता है वो उस दमदमी बीड़ का ही प्रकाश होता है, और उसनों ही गुरु मान्यव ग्रंथ समझ के असी अपने नमस्कार होने हैं, नमस्कार करते हैं। हुण उत्थे बहुत संगत भी आनी शुरू हो गई सी। दोबारा तो गुरु महाराज ने फिर खालसा पंथ को संगठित कर लिया सी। सो उत्थे संगत आती सी, उस बीड़ का प्रकाश भी किया जाता सी, उसकी विचार भी की जाती सी। और फिर जदों गुरु महाराज ने फैसला किया कि हुण मैं इत्थों जाना है, उत्थों जाना चाहते सन, जदों जाना चाहते सन तो उत्थों की सेवा संभाल भाई मनी सिंह जी नूं दे के ते वो महाराज उत्थों चले, जिहड़े कि अगों चलते 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 अल्टीमेटली कित्थे पहुँचे, नंदेड़। जदों वो नंदेड़ गए सन तो उस नंदेड़ जान लग्या एक स्वरूप जिहड़ा वो भाई मनी सिंह जी के हत्थां दा लिखिया होया वो नाल लै गए सन। वो नाल लै गए सन, उसी स्वरूप नूं बाद विच समां पा के उन्होंने गुरगद्दी बख्शी। वो गुरपुरब अगे आएगा, जिस तरह मैं शुरू में बेनती की सी कि गुरु ग्रंथ साहिब जी महाराज के 3 गुरपुरब ने। सो 2 गुरपुरब असीं मना चुके हैं, दूसरा अज मना रहे हैं, पहला मना चुके हैं, और तीसरा अजे अगों आएगा जदों कि गुरु गोबिंद सिंह जी ने नंदेड़ की धरती पर उस ग्रंथ साहब नूं, उस ग्रंथ साहब की बीड़ नूं अगों वास्ते देहधारी रूप गुरु की परंपरा नूं बिल्कुल खत्म करके तो उत्थे उन्होंने सानूं शब्द गुरु दे लड़ लाया कि अगे तो इस तो बाद हुण देहधारी गुरु कोई नहीं होएगा। गुरु कौन होएगा? गुरु शब्द होएगा, गुरबाणी जिहड़ी वो शब्द होएगी। बाणी के आधार दर्शन गुरुआं दे, सारे गुरु साहिबान के दर्शन जिहड़े ने वो कित्थों होणगे? वो गुरबाणी दे विचों ही होणगे, क्योंकि गुरु साहिबान दीयां बाणीआं उहदे च ने, भगतां दीयां बाणीआं उहदे च ने, पट्टां दीयां बाणीआं ने, गुरसिखां दीयां बाणीआं ने। सो उन्हां सारियां बाणीआं नूं इकट्ठा करके जो उन्होंने इतना वड्डा काम किया कि इतना वड्डा ग्रंथ जिहड़ा सी उन्होंने संपूर्ण किया, संपूर्ण करके तो अल्टीमेटली फिर साढ़े वास्ते उन्होंने हमेशा वास्ते हुक्म कर दिता, सब सिखन को हुक्म है गुरु मान्यो ग्रंथ। सो ये गुरपुरब संपूर्णता वाला जिहड़ा है वो कल परसों निकलिया, और ये कित्थे मनाया जाता है? दमदमा साहब की धरती ते, क्योंकि दमदमा साहब नाम ही इस वास्ते पिया सी कि जंगां युद्धां दे बाद, शहीदियां दे बाद, बड़ियां बड़ियां घटनावां होने के बाद गुरु गोबिंद सिंह जी महाराज जाके साबो की तलवंडी जगह का नाम है, उत्थे जाके टिके सन, तो उत्थे जाके उन्होंने ये एक बहुत बड़ा काम किया सी, ये आदि गुरु की संपूर्णता का काम किया सी। सो इस करके ये गुरपुरब असीं जिहड़ा वो मनाने। सो अज दे प्रोग्राम की इत्थे ही समाप्ति है। अगली बारी देखांगे फिर जो गुरु महाराज हुक्म करेंगे, कोई होर घटना होएगी
तो उसके बारे विचार की जाएगी। नहीं तो गुरबाणी का अथाह भंडार अथाह समुंदर साढ़े कोल है, किसी भी शब्द की विचार जी है वो आप जी नाल साझी की जाएगी। सो अज मेरा ख्याल है इसनों इत्थे ही समाप्ति करके तो मैं अपनियां भुल्लां चुकां की खिमा तुहाडे कोल मंगांगी। भुल्लां मेरे बहुत गलतियां मैं कर जानी हाँ, संगत बख्शणयोग है, मेरी गलतियां नूं बख्श दिया करो। तो गुरु महाराज के संदेश, गुरु महाराज का इतिहास वो मन में वसाओ। इतिहास बार 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 सुनाने का परपज़ ही यही है, हर साल ही सुनाया जाता है, हर साल सेम वही दिन आते हैं और उन्होंने दिनों से इतिहास ही सुनाया जाता है। लेकिन बार बार इस वास्ते मैं कोशिश कर रही रिपीट करने की कि जिन्नियां भैणां ने लगातार सुनदियां ने उन्होंने गुरु महाराज का सारा इतिहास 10 पातशाहियों का वो जबानी याद हो जाए। लेकिन याद करने का फायदा तां ही है जे अगे इसनूं शेयर किया जाए। बच्चों के नाल जरूर गलबात करिया करो, गुरु महाराज दी गल्लां, गुरु दी गल्लां, गुरु दी बातां बच्चों को साखियां जिहड़ियां उस जरूर सुनाया करो, ताकि ये जिहड़ा है ये अगे दे अगे चलता रहे। जे असीं अपने कोल ही लैके बैठ जावांगे, अगे शेयर नहीं करांगे तो बच्चों को तो कुछ समझ नहीं आएगी। सो हमेशा की तरह अज फिर मैं बेनती कर रही हाँ, जो कथा सुनो वो बच्चों नाल जरूर शेयर करो। आस है मेरी बेनती को प्रवान करोगे जी। वाहिगुरू जी का खालसा, वाहिगुरू जी की फतेह।